ਮੇਰਾ ਨਾਮ ਡਾਕਟਰ ਸ਼ਰਨਜੀਤ ਕੌਰ ਹੈ ਔਰ ਮੈਂ ਖਾਲਸਾ ਕਾਲਜ ਫਾਰ ਵਿਮਨ ਦੇ ਪੰਜਾਬੀ ਵਿਭਾਗ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਆਪਣੀ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ ਜਿਸ ਵਿਸ਼ੇ ਤੇ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਕਹਾਣੀ ਦੀ ਵਿਧਾ। ਸਾਰੇ ਜਾਣਦੇ ਹਾਂ ਕਿ ਸਾਹਿਤ ਮਨੁੱਖੀ ਸਿਰਜਣਾਤਮਕ ਅਮਲ ਹੈ ਜਿਹੜਾ ਕਿ ਬੁਨਿਆਦੀ ਤੌਰ ਤੇ ਦੋ ਰੂਪਾਂ ਵਿੱਚ ਪੇਸ਼ ਹੁੰਦਾ ਹੈ। ਇੱਕ ਰੂਪ ਹੈ ਕਵਿਤਾ ਅਤੇ ਦੂਸਰਾ ਹੈ ਵਾਰਤਕ। ਇਹਨਾਂ ਦੋਨਾਂ ਰੂਪਾਂ ਦੇ ਅੱਗੋਂ ਵੱਖਰੇ ਵੱਖਰੇ ਉਪਰੂਪ ਆ ਜਾਂਦੇ ਨੇ। ਮਸਲਨ ਮੈਂ ਵਾਰਤਕ ਦੀ ਜੇਕਰ ਗੱਲ ਕਰਾਂ ਤੇ ਵਾਰਤਕ ਦੇ ਅੰਤਰਗਤ ਨਾਵਲ, ਨਾਟਕ, ਕਹਾਣੀ ਆਦਿ ਜਿਹੜੇ ਨੇ ਉਹ ਵਿਚਾਰੇ ਜਾਂਦੇ ਨੇ। ਸਾਡੇ ਅੱਜ ਦੇ ਲੈਕਚਰ ਦਾ ਮੁੱਖ ਫੋਕਸ ਕਿਉਂਕਿ ਕਹਾਣੀ ਹੈ, ਸੋ ਸਭ ਤੋਂ ਪਹਿਲਾਂ ਕਹਾਣੀ ਸ਼ਬਦ ਦੇ ਅਰਥਾਂ ਦੀ ਸਮਝ ਹੋਣੀ ਜ਼ਰੂਰੀ ਹੈ। ਕੋਸ਼ਗਤ ਅਰਥਾਂ ਵਿੱਚ ਦੇਖੀਏ ਤਾਂ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਕਹਾਣੀ ਸ਼ਬਦ ਦੇ ਲਈ ਕਿੱਸਾ ਤੇ ਕਥਾਨਕ ਸ਼ਬਦ ਦਾ ਜਿਹੜਾ ਹੈ ਉਹ ਪ੍ਰਯੋਗ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤੀ ਹਿੰਦੀ ਕੋਸ਼ ਦੇ ਵਿੱਚ ਕਹਾਣੀ ਨੂੰ ਕਥਾ, ਝੂਠੀ ਜਾਂ ਘੜੀ ਹੋਈ ਗੱਲ ਤੇ ਲੰਬਾ ਚੌੜਾ ਬਿਰਤਾਂਤ ਕਿਹਾ ਗਿਆ ਹੈ। ਅਗਰ ਗੱਲ ਕਰਾਂ ਕੈਂਬਰਿਜ ਇੰਟਰਨੈਸ਼ਨਲ ਡਿਕਸ਼ਨਰੀ ਦੀ ਤਾਂ ਉਸ ਵਿੱਚ ਕਹਾਣੀ ਨੂੰ ਸੱਚੀਆਂ ਜਾਂ ਕਲਪਿਤ ਘਟਨਾਵਾਂ ਦਾ ਤਰਤੀਬਵਾਰ ਵੇਰਵਾ ਜਿਹੜਾ ਹੈ ਉਹ ਕਿਹਾ ਗਿਆ ਹੈ। ਕਹਾਣੀ ਦੀ ਵਿਧਾ ਨੂੰ ਸਮਝਣ ਤੋਂ ਪਹਿਲਾਂ ਜਿਹੜੇ ਕਹਾਣੀ ਦੇ ਨਾਲ ਨਾਲ ਅਗਲਾ ਲਫ਼ਜ਼ ਜਿਹੜਾ ਹੈ ਉਹਦੇ ਬਾਰੇ ਸਮਝ ਹੋਣੀ ਜ਼ਰੂਰੀ ਹੈ, ਉਹ ਹੈ ਵਿਧਾ। ਵਿਧਾ ਜਿਹੜਾ ਕਿ ਅੰਗਰੇਜ਼ੀ ਦੇ ਸ਼ਬਦ ਜੈਨਰ ਦਾ ਪਰਿਆਏ ਹੈ। ਵਿਧਾ ਤੋਂ ਭਾਵ ਉਹਨਾਂ ਰਚਨਾਤਮਕ ਰੀਤੀਆਂ ਤੋਂ ਹੈ ਜਿਹੜੀਆਂ ਇੱਕ ਸਾਹਿਤਕ ਰੂਪ ਨੂੰ ਦੂਜੇ ਰੂਪ ਦੇ ਨਾਲ ਨਿਖੇੜਦੀਆਂ ਵੀ ਨੇ ਤੇ ਇੱਕ ਸੁਤੰਤਰ ਹੋਂਦ ਪ੍ਰਦਾਨ ਕਰਦੀਆਂ ਨੇ। ਹੁਣ ਅਸੀਂ ਆਉਂਦੇ ਹਾਂ ਆਪਣੀ ਕਹਾਣੀ ਦੀ ਵਿਧਾ ਦੇ ਵੱਲ। ਜਦੋਂ ਅਸੀਂ ਇਹਨਾਂ ਲਫ਼ਜ਼ੀ ਮਾਇਨਿਆਂ ਨੂੰ ਦੇਖਦੇ ਹਾਂ ਤਾਂ ਸਾਹਿਤਕ ਮਾਇਨਿਆਂ ਦੇ ਵਿੱਚ ਕਹਾਣੀ ਕੀ ਹੈ? ਤੋ ਕਹਾਣੀ ਦਾ ਜਿਹੜਾ ਅਰਥ ਨਿਕਲਦਾ ਹੈ ਕਿ ਕਹਾਣੀ ਇੱਕ ਬਿਰਤਾਂਤਕ ਵਿਧਾ ਦੇ ਵਜੋਂ ਸਾਹਮਣੇ ਆਉਂਦੀ ਹੈ ਜਿਹੜੀ ਕਿ ਜ਼ਿੰਦਗੀ ਦੇ ਵਿਸ਼ਾਲ ਪਸਾਰੇ ਦੇ ਵਿੱਚੋਂ ਕਿਸੇ ਇੱਕ ਪ੍ਰਸੰਗ ਦੇ ਉੱਪਰ ਕੀਤਾ ਗਿਆ ਕਥਾਤਮਕ ਬਿਆਨ ਹੁੰਦੀ ਹੈ। ਇਹ ਵਿਸ਼ੇਸ਼ਤਾ ਤੇ ਵਿਸਥਾਰਤਾ ਦੋਨਾਂ ਤੋਂ ਹੀ ਗੁਰੇਜ਼ ਕਰਦੀ ਹੋਈ ਕੇਵਲ ਸੰਜਮ ਤੇ ਸੁਝਾਅ ਦੇ ਰੂਪ ਦੇ ਵਿੱਚ ਆਪਣੀ ਗੱਲ ਕਥ ਨੂੰ ਅੰਜਾਮ ਦਿੰਦੀ ਹੈ। ਕਹਾਣੀ ਦੀ ਵਿਧਾ ਜਿਸ ਨੂੰ ਕਿ ਅਸੀਂ ਆਧੁਨਿਕ ਸਮੇਂ ਦੇ ਵਿੱਚ ਨਿੱਕੀ ਕਹਾਣੀ ਦੇ ਤੌਰ ਤੇ ਵਿਚਾਰਦੇ ਹਾਂ। ਇਹ ਨਿੱਕੀ ਸ਼ਬਦ ਜਿਹੜਾ ਕਹਾਣੀ ਦੇ ਨਾਲ ਲੱਗਾ ਹੋਇਆ ਹੈ ਇਹ ਕਾਫੀ ਲੰਬਾ ਸਮਾਂ ਵਿਦਵਾਨਾਂ ਦੇ ਵਿੱਚ ਬਹਿਸ ਦਾ ਮੁੱਦਾ ਬਣਿਆ ਰਿਹਾ ਹੈ। ਜਦੋਂ ਇਸ ਬਹਿਸ ਦੇ ਵਿੱਚੋਂ ਫਿਰ ਨਿੱਕੇ ਸ਼ਬਦ ਨੂੰ ਪਰਿਭਾਸ਼ਿਤ ਕਰਨ ਦੇ ਯਤਨ ਕੀਤੇ ਗਏ ਤਾਂ ਜਿਹੜੇ ਵਿਚਾਰ ਸਾਹਮਣੇ ਆਏ ਉਹਨਾਂ ਚੋਂ ਸੀਗਾ ਕਿ ਨਿੱਕੀ ਕਹਾਣੀ ਉਹ ਹੈ ਜਿਹੜੀ 15 ਮਿੰਟ ਵਿੱਚ ਪੜ੍ਹੀ ਜਾ ਸਕੇ। ਇਸ ਤੋਂ ਇਲਾਵਾ ਜਿਹੜੇ ਵਿਚਾਰ ਆਏ ਕਿ ਨਿੱਕੀ ਕਹਾਣੀ ਭਾਵ ਜਿਹੜੀ ਇੱਕ ਬੈਠਕ ਵਿੱਚ ਪੜ੍ਹੀ ਜਾ ਸਕੇ। ਫਿਰ ਸਮੇਂ ਦੇ ਨਾਲ ਨਾਲ ਜਿਉਂ-ਜਿਉਂ ਵਿਚਾਰਾਂ ਦੇ ਵਿੱਚ ਸਪਸ਼ਟਤਾ ਆਉਂਦੀ ਗਈ ਤਾਂ ਨਿੱਕੀ ਕਹਾਣੀ ਕੁਛ ਇਸ ਤਰ੍ਹਾਂ ਪਰਿਭਾਸ਼ਿਤ ਹੋਈ ਕਿ ਨਿੱਕੀ ਕਹਾਣੀ ਆਪਣੀ ਆਕਾਰ ਦੀ ਸੀਮਾ ਕਰਕੇ ਨਿੱਕੀ ਨਹੀਂ ਬਲਕਿ ਆਪਣੇ ਗੱਲ ਕਹਿਣ ਦੇ ਢੰਗ ਕਰਕੇ ਨਿੱਕੀ ਹੈ। ਹੁਣ ਇਹ ਗੱਲ ਕਰਨ ਦਾ ਜਿਹੜਾ ਢੰਗ ਹੈ ਉਹ ਇਹਦਾ ਇਸ਼ਾਰੇ ਦੀ ਜੁਗਤ ਵਿੱਚ ਵਿਦਮਾਨ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਨੂੰ ਕੋਈ ਥਾਂ ਨਹੀਂ ਹੈ ਬਲਕਿ ਇਹ ਆਪਣੀ ਗੱਲ ਜਿਹੜੀ ਹੈ ਉਹ ਸੁਝਾਅ ਦੇ ਰੂਪ ਵਿੱਚ, ਰਮਜ਼ ਦੇ ਰੂਪ ਵਿੱਚ, ਸੰਕੇਤਾਂ ਦੇ ਰੂਪ ਵਿੱਚ ਕਰਦੀ ਹੋਈ ਅੱਗੇ ਵੱਧਦੀ ਹੈ। ਕੋਈ ਵੀ ਘਟਨਾ ਜਿਹੜੀ ਹੈ ਆਪਣੇ ਕੁਦਰਤੀ ਸਰੂਪ ਵਿੱਚ ਕਿੰਨੀ ਵੀ ਵੱਡੀ ਹੋ ਸਕਦੀ ਹੈ ਪਰ ਕਹਾਣੀ ਨਿੱਕੀ ਕਹਾਣੀ ਦੇ ਵਿੱਚ ਉਸਦੀ ਪੇਸ਼ਕਾਰੀ ਜਿਹੜੀ ਹੈ ਉਹ ਬਿਲਕੁਲ ਸੰਜਮੀ ਤਰੀਕੇ ਦੇ ਨਾਲ ਕੀਤੀ ਜਾਏਗੀ। ਇਹ ਜਿਹੜਾ ਮਨੁੱਖੀ ਯਥਾਰਥ ਹੈ ਉਸਨੂੰ ਮਾਨਵੀ ਸੰਦਰਭ ਦੇ ਵਿੱਚ ਪੇਸ਼ ਕਰਦੀ ਹੈ। ਇਹ ਪਾਤਰ ਦਾ ਕੋਈ ਲੰਬਾ ਚੌੜਾ ਪਿਛੋਕੜ ਦੱਸਣ ਦੀ ਬਜਾਏ ਕੇਵਲ ਉਸਦੀ ਮਾਨਸਿਕ ਦੁਬਿਧਾ ਦੇ ਉੱਪਰ ਜਿਹੜਾ ਹੈ ਉਹ ਫੋਕਸ ਕਰਦੀ ਹੈ। ਇਹ ਜਿਹੜਾ ਕਹਾਣੀ ਦੀ ਵਿਧਾ ਦੇ ਪੱਖ ਤੋਂ ਸਾਡਾ ਪਹਿਲਾ ਨੁਕਤਾ ਵੀ ਜਿਹੜਾ ਹੋ ਜਾਂਦਾ ਹੈ। ਹੁਣ ਜਦੋਂ ਅਸੀਂ ਨਿੱਕੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਨਿੱਕੀ ਕਹਾਣੀ ਇਸ ਨੂੰ ਕਿਹਾ ਕਿਉਂ ਗਿਆ ਹੈ, ਇਸ ਨੂੰ ਵਧੇਰੇ ਬਰੀਕੀ ਦੇ ਨਾਲ ਸਮਝਣ ਲਈ ਸਾਨੂੰ ਉਹਨਾਂ ਹਾਲਤਾਂ ਵੱਲ ਵੀ ਝਾਤ ਮਾਰਨੀ ਪਏਗੀ ਜਿਨ੍ਹਾਂ ਦੇ ਵਿੱਚੋਂ ਨਿੱਕੀ ਕਹਾਣੀ ਨਾਮ ਦਾ ਜਿਹੜਾ ਇਹ ਜਿਹੜੀ ਸਾਹਿਤਕ ਵਿਧਾ ਹੈ ਉਹ ਸਾਡੇ ਸਾਹਮਣੇ ਆਈ ਹੈ। ਤਾਂ ਉਹ ਹਾਲਾਤ ਜਿਹੜੇ ਕਿ ਅੰਗਰੇਜ਼ ਹਕੂਮਤ ਦੇ ਨਾਲ ਸੰਬੰਧ ਰੱਖਦੇ ਨੇ। ਜਦੋਂ ਅੰਗਰੇਜ਼ ਹਕੂਮਤ ਪੰਜਾਬ ਦੇ ਉੱਪਰ ਕਾਬਜ਼ ਹੁੰਦੀ ਹੈ ਸਾਡਾ ਸਮੁੱਚਾ ਜਿਹੜਾ ਵਰਤਾਰਾ ਹੈ ਉਹ ਨਵੀਂ ਪਰਿਭਾਸ਼ਾ ਦੇ ਵਿੱਚ ਸਾਹਮਣੇ ਆਉਂਦਾ ਹੈ। ਅੰਗਰੇਜ਼ਾਂ ਨੇ ਇੱਥੇ ਆਣ ਕੇ ਕੀ ਕੀਤਾ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਜਦੋਂ ਸਿੱਖਿਆ ਦਾ ਪਸਾਰ ਤੇ ਪ੍ਰਚਾਰ ਕੀਤਾ ਤਾਂ ਇੱਕ ਨਵਾਂ ਜਿਹੜਾ ਸਿੱਖਿਅਕ ਤਬਕਾ ਹੈ ਜਾਂ ਕਹਿ ਲਓ ਕਿ ਨਵੀਂ ਪੜ੍ਹੀ ਲਿਖੀ ਜਿਹੜੀ ਮੱਧ ਸ਼੍ਰੇਣੀ ਹੈ ਉਹਦੀ ਜਿਹੜੀ ਸਾਡੇ ਸਾਹਮਣੇ ਹੋਂਦ ਸਾਹਮਣੇ ਆਉਂਦੀ ਹੈ। ਹੁਣ ਜਿਹੜਾ ਨਵਾਂ ਸਿੱਖਿਅਤ ਤਬਕਾ ਹੈ ਤੇ ਜਾਂ ਮਹਿਕਮਿਆਂ ਦਾ ਜਿਹੜਾ ਸੰਸਥਾਈ ਰੂਪ ਸਾਹਮਣੇ ਆਇਆ ਉਸ ਦੇ ਨਾਲ ਜਿਉਂ-ਜਿਉਂ ਨੌਕਰੀ ਦੇ ਰੁਝੇਵੇਂ ਬਣੇ ਤਾਂ ਜ਼ਿੰਦਗੀ ਦੇ ਵਿੱਚੋਂ ਵੇਲ ਘਟਦੀ ਗਈ।
ਵਾਪਰਿਆ ਕਿ ਹੁਣ ਲੋਕਾਂ ਦੀ ਜਿਹੜੀ ਰੁਚੀ ਹੈ ਉਹ ਕੋਈ ਵਿਸ਼ਾਲ ਕੈਨਵਸ ਵਾਲੇ ਜਿਹੜੇ ਸਾਹਿਤ ਰੂਪ ਸੀਗੇ ਉਹਨਾਂ ਦੇ ਨਾਲੋਂ ਘੱਟ ਕੇ ਕਿਸੇ ਐਸੇ ਸਾਹਿਤ ਰੂਪ ਦੀ ਮੰਗ ਕਰਨ ਲੱਗਦੀ ਹੈ ਜਿਸ ਵਿੱਚ ਉਹ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਜਿਹੜਾ ਹੈ ਉਹਨਾਂ ਨੂੰ ਪ੍ਰਾਪਤ ਹੋ ਸਕੇ। ਤਾਂ ਜਿਹੜੀ ਇਹ ਸਮੇਂ ਦੀ ਮੰਗ ਸੀਗੀ ਉਸ ਨੇ ਵੀ ਨਿੱਕੀ ਕਹਾਣੀ ਨੂੰ ਜਨਮ ਦਿੱਤਾ। ਉਸ ਤੋਂ ਇਲਾਵਾ ਜਿਹੜੇ ਅਸੀਂ ਪੁਰਾਤਨ ਸਾਹਿਤ ਰੂਪ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਸਾਖੀਆਂ, ਜਨਮ ਸਾਖੀਆਂ ਵਗੈਰਾ, ਜਦੋਂ ਉਹਨਾਂ ਦਾ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚੋਂ ਕੇਂਦਰੀ ਇਕਾਈ ਦੇ ਤੌਰ 'ਤੇ ਕੀ ਵਿਚਰਦਾ ਹੈ, ਤੇ ਸਾਹਮਣੇ ਆਉਂਦਾ ਹੈ ਕਿ ਜਿਹੜਾ ਪੁਰਾਤਨ ਸਾਹਿਤ ਆ ਉਹ ਸਮੁੱਚਾ ਸਾਹਿਤ ਪਾਰਲੌਕਿਕ ਵਿਸ਼ਿਆਂ ਜਾਂ ਕਿਸੇ ਅਦਿੱਖ ਜਗਤ ਜਾਂ ਜਿਹੜੀ ਸਰਵ ਸ਼ਕਤੀਮਾਨ ਸ਼ਕਤੀ ਹੈ ਜਿਹੜੀ ਉਹਦੇ ਉੱਤੇ ਜਿਹੜਾ ਫੋਕਸ ਕਰਦਾ ਹੈ। ਪਰ ਜਿਹੜੀ ਸਿੱਖਿਅਕ ਤਬਕਾ ਸੀਗਾ, ਸਾਡੀ ਨਵੀਂ ਮੱਧ ਸ਼੍ਰੇਣੀ ਸੀਗੀ, ਉਸ ਨੇ ਕਿਹੜੀ ਇੱਛਾ ਜ਼ਾਹਿਰ ਕੀਤੀ ਕਿ ਉਹਨੇ ਉਸ ਸਮੇਂ ਦੇ ਵਿੱਚ ਜਿਹੜਾ ਹੈ ਸਧਾਰਨਤਾ ਨੂੰ ਜਿਹੜਾ ਹੈ ਮਹੱਤਵ ਮਿਲਦਾ ਹੈ। ਲੋਕਾਂ ਦੀ ਰੁਚੀ ਜਿਹੜੀ ਹੈ ਅਸਧਾਰਨ ਦੇ ਨਾਲੋਂ ਸਧਾਰਨ ਨੂੰ ਜਾਣਨ ਦੇ ਵੱਲ ਵਧੇਰੇ ਰੁਚਿਤ ਹੁੰਦੀ ਹੈ, ਤੇ ਨਿੱਕੀ ਕਹਾਣੀ ਦਾ ਜਿਹੜਾ ਮਰਕਜ਼ ਵੀ ਹੈ ਉਹ ਸਧਾਰਨ ਮਨੁੱਖ ਦੀ ਸਧਾਰਨਤਾ ਦੇ ਨਾਲ ਜੁੜਿਆ ਹੋਇਆ ਹੈ। ਸੋ ਇਹ ਜਿਹੜਾ ਕਾਰਨ ਵੀ ਹੈ ਉਹ ਨਿੱਕੀ ਕਹਾਣੀ ਦੇ ਜਨਮ ਦੇ ਲਈ ਜਿਹੜਾ ਹੈ ਜ਼ਮੀਨ ਬਣਦਾ ਹੈ। ਸੋ ਇਹਨਾਂ ਸਾਰੇ ਜਿਹੜਾ ਹੈ ਜਿਹੜੀਆਂ ਹਾਲਤਾਂ ਦੇ ਵਿੱਚੋਂ ਨਿਕਲ ਕੇ ਨਿੱਕੀ ਕਹਾਣੀ ਨਾਮ ਦਾ ਜੈਨਰ ਜਿਹੜਾ ਹੈ ਉਹ ਸਾਡੇ ਸਾਹਮਣੇ ਜਿਹੜਾ ਹੈ ਪੇਸ਼ ਹੁੰਦਾ ਹੈ। ਇਸ ਤੋਂ ਅੱਗੇ ਜੇਕਰ ਵਿਧਾ ਦੇ ਪੱਖ ਤੋਂ ਅਗਲਾ ਨੁਕਤਾ ਵਿਚਾਰੀਏ ਤਾਂ ਨਿੱਕੀ ਕਹਾਣੀ ਦਾ ਜਿਹੜਾ ਨਿੱਕਾਪਣ ਹੈ ਉਹ ਇਹਦੀ ਵਿਸ਼ੇ ਪਸਾਰਤਾ ਦੇ ਨਿੱਕੇਪਣ ਕਰਕੇ ਵੀ ਹੈ। ਕਹਿਣ ਤੋਂ ਭਾਵ ਕਿ ਨਿੱਕੀ ਕਹਾਣੀ ਨਾ ਤਾਂ ਵਿਸ਼ੇਸ਼ਕਤਾ ਲਈ ਹੈ ਤੇ ਨਾ ਹੀ ਪੂਰਨਤਾ ਲਈ, ਬਲਕਿ ਇਹ ਤਾਂ ਪੂਰਨਤਾ ਦੀ ਭਾਲ ਦੇ ਵਿੱਚ ਪਏ ਕਿਸੇ ਅਦਨੇ ਮਨੁੱਖ ਦੀ ਜਿਹੜੀ ਹੈ ਅਪੂਰਨਤਾ ਨੂੰ ਉਭਾਰਨ ਦੇ ਵੱਲ ਜਿਹੜਾ ਹੈ ਇਹ ਰੁਚਿਤ ਰਹਿੰਦੀ ਹੈ। ਇਸ ਵਿੱਚ ਜਿਹੜਾ ਮਨੁੱਖ ਪੇਸ਼ ਕੀਤਾ ਜਾਂਦਾ ਹੈ ਉਹ ਨਾ ਤਾਂ ਕੋਈ ਦੈਵੀ ਪੁਰਸ਼ ਹੈ ਤੇ ਨਾ ਹੀ ਕੋਈ ਪਸ਼ੂ ਹੈ, ਬਲਕਿ ਉਹ ਇੱਕ ਸਧਾਰਨ ਮਨੁੱਖ ਹੈ। ਸਧਾਰਨ ਮਨੁੱਖ ਜਿਹੜਾ ਚੰਗਿਆਈ ਤੇ ਬੁਰਾਈ ਦਾ ਮਿਸ਼ਰਣ ਹੈ, ਜਿਹੜਾ ਜੀਵਨ ਦੀ ਜੱਦੋ-ਜਹਿਦ ਦੇ ਨਾਲ ਦਿਨ ਰਾਤ ਜਿਹੜਾ ਹੈ ਉਹ ਕਸ਼ਮਕਸ਼ ਕਰਦਾ ਹੋਇਆ ਸਥਿਤੀਆਂ ਦੇ ਹੱਥੋਂ ਹਾਰ ਜਿਹੜੀ ਹੈ ਉਹ ਖਾਂਦਾ ਹੈ, ਜਿਹੜਾ ਸੁਪਨੇ ਵੀ ਸਜਾਉਂਦਾ ਹੈ ਤੇ ਸੁਪਨਿਆਂ ਦੇ ਤਿੜਕਣ ਦਾ ਜਿਹੜਾ ਹੈ ਦੁਖਾਂਤ ਹੈ ਉਹ ਆਪਣੇ ਪਿੰਡੇ ਤੇ ਵੀ ਹੰਡਾਉਂਦਾ ਹੈ। ਕਹਾਣੀ ਜਿਹੜੀ ਹੈ ਅਜਿਹੇ ਮਨੁੱਖ ਦੇ ਉੱਤੇ ਜਿਹੜਾ ਹੈ ਕੇਂਦਰਿਤ ਰਹਿੰਦੀ ਹੈ। ਤੇ ਅਗਲੀ ਗੱਲ ਕਿ ਕਹਾਣੀ ਜਿਹੜੀ ਹੈ ਉਹ ਹਮੇਸ਼ਾ ਸੰਜਮਤਾ ਦੇ ਨਾਲ ਅੱਗੇ ਵੱਧਦੀ ਹੈ। ਵਿਧਾ ਦੇ ਪੱਖ ਤੋਂ ਅਗਲਾ ਨੁਕਤਾ ਕਿ ਕਹਾਣੀ ਦੇ ਵਿੱਚ ਸੰਜਮਤਾ ਜਿਹੜਾ ਹੈ ਉਹ ਇਹਦਾ ਬੁਨਿਆਦੀ ਤੱਤ ਜਿਹੜਾ ਕਿਹਾ ਜਾ ਸਕਦਾ ਹੈ। ਹੁਣ ਇੱਥੇ ਇਹ ਦੱਸਣਾ ਚਾਹਾਂਗੀ ਕਿ ਇੱਥੇ ਸੰਜਮਤਾ ਦਾ ਅਰਥ ਕੇਵਲ ਕਿਸੇ ਸੰਖੇਪਤਾ ਦੇ ਨਾਲ ਨਹੀਂ ਜੁੜਿਆ ਹੋਇਆ, ਬਲਕਿ ਇਸ ਸੰਜਮਤਾ ਦੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਜਿਹੜਾ ਕਲਾਤਮਕ ਸੰਜਮ ਉਹ ਦਰਕਾਰ ਹੈ। ਇਸ ਵਿੱਚ ਅਗਲੀ ਗੱਲ ਕਿ ਕਹਾਣੀ ਨੂੰ ਕਹਾਣੀ ਬਣਾਉਣ ਵਾਲਾ ਅਗਲਾ ਤੱਤ ਜਿਹੜਾ ਸੰਕੇਤਕਤਾ ਹੈ। ਕਹਾਣੀ ਕਿਤੇ ਵੀ ਵਿਸਥਾਰ ਦੇ ਵਿੱਚ ਜਿਹੜੀ ਹੈ ਆਪਣੀ ਗੱਲ ਨਹੀਂ ਕਰਦੀ, ਇਹ ਰਮਜ਼ ਦੇ ਬਿਰਤਾਂਤ ਨੂੰ ਰਮਜ਼ ਦੀ ਪੁੱਠ ਚਾੜਦੀ ਹੈ। ਇਹ ਸੁਝਾਅ ਦਿੰਦੀ ਹੈ, ਆਦੇਸ਼ ਨਹੀਂ ਦਿੰਦੀ, ਭਾਵੇਂ ਕਿ ਆਦੇਸ਼ ਦੇਣਾ ਕਿਸੇ ਵੀ ਵਿਧਾ ਦਾ ਖਾਸਾ ਨਹੀਂ ਮੰਨਿਆ ਜਾ ਸਕਦਾ, ਪਰ ਨਿੱਕੀ ਕਹਾਣੀ ਲਿਖਣ ਵਾਲਾ ਜਿਹੜਾ ਕਹਾਣੀਕਾਰ ਹੈ ਉਹ ਇਸ ਪੱਖ ਤੋਂ ਵਧੇਰੇ ਸਾਵਧਾਨੀ ਜਿਹੜੀ ਉਹ ਵਰਤਦਾ ਹੈ। ਇਹ ਆਪਣੀ ਗੱਲ ਨੂੰ ਸੰਗਾਊ ਰੂਪ 'ਚ ਕਰਦੀ ਹੈ। ਜਦੋਂ ਹੁਣ ਇਹ ਸੰਕੇਤਾਂ ਦੇ ਜ਼ਰੀਏ, ਰਮਜ਼ ਦੇ ਜ਼ਰੀਏ, ਇਸ਼ਾਰਿਆਂ ਦੇ ਜ਼ਰੀਏ ਆਪਣੀ ਗੱਲ ਕਰਦੀ ਹੈ ਤਾਂ ਲਾਜ਼ਮੀ ਹੋ ਜਾਂਦਾ ਹੈ ਕਿ ਇਹ ਕਿਸੇ ਸਮੱਸਿਆ ਦੇ ਹੱਲ ਨੂੰ ਪੇਸ਼ ਕਰਨਾ ਇਹਦਾ ਤੱਤ ਨਹੀਂ ਰਹਿ ਜਾਂਦਾ। ਇਹ ਕੇਵਲ ਸਥਿਤੀ ਨੂੰ ਪੇਸ਼ ਕਰਦੀ ਹੈ। ਇਹ ਸਥਿਤੀਆਂ ਨਾਲ ਜੁੜੇ ਸੱਚ ਨੂੰ ਪੇਸ਼ ਕਰਦੀ ਹੈ। ਸਥਿਤੀਆਂ ਦੇ ਵਿੱਚੋਂ ਜਿਹੜੀ ਸਮੱਸਿਆ ਸਾਹਮਣੇ ਆ ਰਹੀ ਹੈ ਉਸ ਸਮੱਸਿਆ ਦੇ ਹੱਲ ਤੱਕ ਜਿਹੜਾ ਪਹੁੰਚਣਾ ਇਹ ਪਾਠਕ ਦੀ ਆਪਣੀ ਸਮਰੱਥਾ ਤੇ ਜਿਹੜਾ ਹੈ ਉਹ ਇਹ ਨਿਰਭਰ ਕਰਦਾ ਹੈ। ਸੋ ਅਜਿਹੀ ਪ੍ਰਕਿਰਿਆ ਦੇ ਨਾਲ ਵਾਬਸਤਾ ਹੋਣ ਕਾਰਨ ਕਹਾਣੀ ਜਿਹੜੀ ਹੈ ਵਿਸਫੋਟਕ ਅੰਤ ਦੀ ਧਾਰਨੀ ਹੈ। ਇਹ ਆਪਣੀ ਗੱਲ ਨੂੰ ਸ਼ੁਰੂ ਕਰਦੀ ਹੈ, ਆਪਣੀ ਸਿਖਰ ਵੱਲ ਪਹੁੰਚਦੀ ਹੈ ਤੇ ਇੱਕ ਵਿਸਫੋਟਕ ਅੰਤ ਦੇ ਨਾਲ ਜਿਹੜੀ ਹੈ ਆਪਣੀ ਗੱਲ ਨੂੰ ਅੰਜਾਮ ਦੇ ਕੇ ਖਤਮ ਹੋ ਜਾਂਦੀ ਹੈ। ਅਗਲੀ ਗੱਲ ਕਿ ਕਹਾਣੀ ਦਾ ਜਿਹੜਾ ਕਲਾ ਦਾ ਪ੍ਰਯੋਜਨ ਵੀ ਕੀ ਹੈ ਕਿ ਵਿਗਿਆਨ ਦੇ ਵਾਂਗ ਮਨੁੱਖੀ ਸੂਝ ਦੀਆਂ ਜਿਹੜੀਆਂ ਹੱਦਾਂ ਨੇ ਉਹਨਾਂ ਨੂੰ ਮੋਕਲਿਆਂ ਕਰਨਾ ਹੈ। ਨਿੱਕੀ ਕਹਾਣੀ ਸਾਡੀ ਸੂਝ ਨੂੰ ਕਿਵੇਂ ਹੋਰ ਪਕਿਆਈ ਦਿੰਦੀ ਹੈ ਕਿ ਇਹ ਸਾਨੂੰ ਸਥਿਤੀ ਸਾਪੇਖ ਸੱਚ ਦੀ ਜਿਹੜੀ ਹੈ ਉਹ ਸਮਝ ਜਿਹੜੀ ਹੈ ਉਹ ਪ੍ਰਦਾਨ ਕਰਦੀ ਹੈ। ਨਿੱਕੀ ਕਹਾਣੀ ਕਿਸੇ ਵੀ ਸਹੀ ਗਲਤ ਦਾ ਫੈਸਲਾ ਜਾਂ ਨਿਰਣਾ ਨਹੀਂ ਦਿੰਦੀ, ਇਹ ਸਿਰਫ ਇੱਕ ਸਥਿਤੀ ਪੇਸ਼ ਕਰਦੀ ਹੈ, ਸਥਿਤੀਆਂ ਦੇ ਨਾਲ ਜੁੜੇ ਹੋਏ ਸੱਚ ਨੂੰ ਪੇਸ਼ ਕਰਦੀ ਹੈ। ਨਿੱਕੀ ਕਹਾਣੀ ਦੇ ਵਿੱਚ ਕਿਤੇ ਵੀ ਕੋਈ ਜਿਹੜਾ ਹੈ ਜਜਮੈਂਟਲ ਟਿੱਪਣੀ ਦੇਣ ਤੋਂ ਗਰੇਜ਼ ਕੀਤਾ ਜਾਂਦਾ ਹੈ। ਇਸ ਵਿਚਲਾ ਪਾਤਰ ਜਿਹੜਾ ਹੈ ਸਥਿਤੀਆਂ ਪ੍ਰਸਥਿਤੀਆਂ ਦੀ ਕਸ਼ਮਕਸ਼ ਵਿੱਚ ਪਿਆ ਹੋਇਆ ਸਥਿਤੀ ਸਾਪੇਖ ਸੱਚ ਨੂੰ ਹੰਢਾਉਂਦਾ ਹੈ।
ਔਰ ਜਾਣਦੇ ਹੀ ਹਾਂ ਕਿ ਸੱਚ ਦਾ ਕੋਈ ਕੇਂਦਰ ਨਹੀਂ ਹੁੰਦਾ ਤੇ ਨਾ ਹੀ ਕੋਈ ਇੱਕ ਧਿਰ ਜਿਹੜੀ ਸੱਚ ਦੀ ਦਾਅਵੇਦਾਰ ਬਣ ਸਕਦੀ ਹੈ, ਬਲਕਿ ਸੱਚ ਦਾ ਨਿਰਣਾ ਹਮੇਸ਼ਾ ਹੀ ਸਥਿਤੀਆਂ ਦੇ ਪ੍ਰਸੰਗ ਵਿੱਚ ਉਹ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ। ਨਿੱਕੀ ਕਹਾਣੀ ਇਸ ਸਥਿਤੀ ਸਾਪੇਖ ਸੱਚ ਦੀ ਜਿਹੜੀ ਹੈ ਇਹ ਧਾਰਨੀ ਹੈ। ਅਗਲੀ ਗੱਲ ਕਿ ਜਦੋਂ ਹੁਣ ਇਹ ਸਥਿਤੀ ਸਾਪੇਖ ਸੱਚ ਨੂੰ ਜਿਹੜਾ ਹੈ ਪੇਸ਼ ਕਰਦੀ ਹੈ, ਤਾਂ ਜਦੋਂ ਕੋਈ ਪਾਤਰ ਹੈ ਉਹ ਸਥਿਤੀਆਂ ਦੇ ਨਾਲ ਜਹਿਦ ਕਰ ਰਿਹਾ ਹੈ ਤੇ ਬਹੁਤੀ ਵਾਰੀ ਉੱਥੇ ਤਣਾਅ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਤਣਾਅ ਜਿਹੜਾ ਕਿ ਕਹਾਣੀ ਦੇ ਵਿੱਚ ਅੱਗੇ ਚੱਲ ਕੇ ਨਾਟਕੀਅਤਾ ਨੂੰ ਜਨਮ ਦਿੰਦਾ ਹੈ। ਨਾਟਕੀਅਤਾ ਜਿੱਥੇ ਪਾਠਕ ਦੇ ਅੰਦਰ ਜਿਹੜੀ ਹੈ ਇਹ ਜਾਣਨ ਦੀ ਉਤਸੁਕਤਾ ਜਿਹੜੀ ਹੈ ਲਗਾਤਾਰ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ, ਕਿਉਂਕਿ ਨਿੱਕੀ ਕਹਾਣੀ ਕੇਵਲ ਕੀ ਹੋਇਆ ਦੀ ਪੇਸ਼ਕਾਰੀ ਨਹੀਂ ਕਰ ਰਹੀ, ਬਲਕਿ ਕੀ ਦੇ ਨਾਲ ਨਾਲ ਕਿਵੇਂ ਤੇ ਕਿਉਂ ਨੂੰ ਵੀ ਜਿਹੜਾ ਹੈ ਨਾਲ ਜਿਹੜਾ ਹੈ ਸਮਾਂਤਰ ਵਿਚਾਰ ਰਹੀ ਹੈ। ਇਸ ਤੋਂ ਅੱਗੇ ਕਿ ਕਹਾਣੀ ਨਿੱਕੀ ਕਹਾਣੀ ਜਿਹੜੀ ਹੈ ਇਸ ਨੂੰ ਨਾ ਤਾਂ ਕਿਸੇ ਪਾਰਲੌਕਿਕ ਜਗਤ ਦੀ ਮੁਤਾਜੀ ਹੈ ਔਰ ਨਾ ਹੀ ਇਹ ਕਿਸੇ ਪਰਿਲੋਕ ਦੇ ਉੱਪਰ ਜਿਹੜਾ ਫੋਕਸ ਕਰਦੀ ਹੈ, ਬਲਕਿ ਵਰਤਮਾਨ ਦੇ ਨਾਲ ਜੁੜੀ ਹੋਈ ਹੈ। ਅਸੀਂ ਪਹਿਲਾਂ ਵੀ ਸੰਖੇਪ ਪੱਧਰ ਤੇ ਜਿਹੜਾ ਹੈ ਜ਼ਿਕਰ ਕੀਤਾ ਹੈ ਕਿ ਨਿੱਕੀ ਕਹਾਣੀ ਜਿਹੜੀ ਆ ਪੁਰਾਤਨ ਸਾਹਿਤ ਦੇ ਨਾਲੋਂ ਇਸੇ ਕਰਕੇ ਵੱਖਰੀ ਹੋ ਜਾਂਦੀ ਹੈ ਕਿ ਇਹ ਜਿਹੜਾ ਸਾਡੇ ਸਾਹਮਣੇ ਦਿਖਦਾ ਜਗਤ ਹੈ ਉਸ ਨੂੰ ਆਪਣਾ ਆਧਾਰ ਬਣਾਉਂਦੀ ਹੈ। ਇਹ ਅਧਿਕ ਸ਼ਕਤੀ ਦੇ ਵੱਲ ਜਿਹੜਾ ਹੈ ਫੋਕਸ ਨਹੀਂ ਕਰਦੀ। ਤੋ ਇੱਥੇ ਇਹੀ ਗੱਲ ਨੂੰ ਮੈਂ ਹੋਰ ਪੁਖਤਗੀ ਦੇਣਾ ਚਾਹਾਂਗੀ ਕਿ ਕਹਾਣੀ ਜਿਹੜੀ ਹੈ ਉਹ ਵਰਤਮਾਨ ਨਾਲ ਜੁੜੀ ਹੋਈ ਵਰਤਮਾਨ ਦੀਆਂ ਗਹਿਰਾਈਆਂ ਨੂੰ ਜਿਹੜਾ ਹੈ ਉਹ ਸਾਡੇ ਸਾਹਮਣੇ ਜਿਹੜਾ ਖੋਲ੍ਹਣ ਦਾ ਯਤਨ ਕਰਦੀ ਹੈ। ਇਹ ਕੇਵਲ ਵਰਤਾਰਿਆਂ ਦੇ ਬਾਹਰੀ ਪ੍ਰਭਾਵ ਨੂੰ ਜਿਹੜਾ ਹੈ ਨਹੀਂ ਸਿਰਜਦੀ, ਸਗੋਂ ਉਹਨਾਂ ਬਾਹਰੀ ਵਰਤਾਰਿਆਂ ਦੇ ਮਨੁੱਖੀ ਮਨ ਦੇ ਅੰਦਰ ਜੋ ਪ੍ਰਭਾਵ ਪੈ ਰਹੇ ਨੇ ਇਹ ਉਹਨੂੰ ਵੀ ਨਾਲ ਜਿਹੜਾ ਹੈ ਲੈ ਕੇ ਚੱਲਦੀ ਹੈ। ਇਹ ਇੱਕੋ ਵੇਲੇ ਸਾਨੂੰ ਸਮਾਜ ਦੇ ਬਾਹਰੀ ਵਰਤਾਰੇ ਤੇ ਉਹਨਾਂ ਦੇ ਮਨੁੱਖੀ ਮਾਨਸਿਕਤਾ ਦੇ ਉੱਪਰ ਜਿਹੜੇ ਹੈ ਕਿਸ ਤਰ੍ਹਾਂ ਦੇ ਪ੍ਰਭਾਵ ਨੇ ਜਾਂ ਮਨੁੱਖ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਪ੍ਰਭਾਵਾਂ ਨੂੰ ਜਿਹੜਾ ਹੈ ਕਬੂਲਦਾ ਹੈ, ਉਹਨਾਂ ਸਾਰਿਆਂ ਦੀ ਪੇਸ਼ਕਾਰੀ ਵੀ ਨਿੱਕੀ ਕਹਾਣੀ ਦੇ ਵਿੱਚ ਜਿਹੜੀ ਬੜੀ ਖੂਬਸੂਰਤੀ ਤੇ ਕਲਾਮਾਈ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ। ਹੁਣ ਅਗਲੀ ਗੱਲ ਕਿ ਨਿੱਕੀ ਕਹਾਣੀ ਜਿਹੜੀ ਹੈ ਉਹ ਦੱਸਣ ਨਾਲੋਂ ਦਿਖਾਉਣ ਦੇ ਉੱਪਰ ਜਿਹੜਾ ਹੈ ਵਧੇਰੇ ਕੇਂਦਰਿਤ ਰਹਿੰਦੀ ਹੈ। ਇਸ ਦਾ ਜਿਹੜਾ ਕੰਮ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਂ ਵਿਆਖਿਆ ਕਰਨਾ ਜਾਂ ਵਰਣਨ ਕਰਨਾ ਨਹੀਂ ਹੈ। ਅਸੀਂ ਅੱਗੇ ਵੀ ਗੱਲ ਕੀਤੀ ਹੈ ਪਹਿਲਾਂ ਵੀ ਕਿ ਇਹ ਗੱਲ ਸੰਕੇਤਾਂ ਦੇ ਰਾਹੀਂ ਅੱਗੇ ਤੋਰਦੀ ਹੈ, ਇਸ਼ਾਰਿਆਂ ਦੇ ਰਾਹੀਂ ਅੱਗੇ ਤੋਰਦੀ ਹੈ, ਦ੍ਰਿਸ਼ਾਂ ਦੇ ਰਾਹੀਂ ਅੱਗੇ ਤੋਰਦੀ ਹੈ। ਇਹ ਬਹੁਤੀ ਵਾਰੀ ਕਹੇ ਨਾਲੋਂ ਅਣਕਹੇ ਦੀ ਜੁਗਤ ਦੇ ਵਿੱਚ ਅੱਗੇ ਵੱਧਦੀ ਹੈ, ਜਿਸ ਨਾਲ ਪਾਠਕ ਜਿਹੜਾ ਹੈ ਕਹਾਣੀ ਦੇ ਨਾਲ ਪਰਿਵੇਸ਼ ਦੀ ਪ੍ਰਕਿਰਿਆ ਦੇ ਵਿੱਚ ਵੀ ਆ ਜਾਂਦਾ ਹੈ। ਪਰਿਵੇਸ਼ ਜਿੱਥੇ ਪਾਠ ਤੇ ਪਾਠਕ ਵਿਚਲੀ ਜਿਹੜੀ ਲੀਕ ਹੈ ਉਹ ਮਿਟ ਜਾਂਦੀ ਹੈ ਤੇ ਪਾਠਕ ਜਿਹੜਾ ਹੈ ਬਹੁਤੀ ਵਾਰੀ ਕਹਾਣੀ ਨੂੰ ਆਪਣੀ ਕਹਾਣੀ ਜਿਹੜਾ ਸਮਝਣ ਵੱਲ ਜਿਹੜਾ ਹੈ ਸਮਝਣ ਜਿਹੜਾ ਲੱਗ ਜਾਂਦਾ ਹੈ। ਇਸ ਤੋਂ ਅੱਗੇ ਕਿ ਨਿੱਕੀ ਕਹਾਣੀ ਦੇ ਵਿੱਚ ਬਿਰਤਾਂਤਕਾਰ ਹਮੇਸ਼ਾ ਓਹਲੇ ਤੇ ਵਿਚਰਦਾ ਹੈ। ਉਹ ਜਿਵੇਂ ਸਾਡੀ ਪੁਰਾਣੀ ਕਹਾਣੀ ਸੀਗੀ ਉਸ ਵਿੱਚ ਇੱਕ ਸਰਬੱਗ ਬਿਰਤਾਂਤਕਾਰ ਦੇ ਤੌਰ ਤੇ ਕਹਾਣੀਕਾਰ ਜਿਹੜਾ ਹੈ ਵਿਚਰਦਾ ਸੀ ਕਿ ਸਾਰਾ ਜਿਹੜਾ ਕਹਾਣੀ ਦਾ ਜਿਹੜਾ ਦਾਰੋ ਮਦਾਰ ਸੀਗਾ ਉਹ ਬਿਰਤਾਂਤਕਾਰ ਦੇ ਹੱਥ ਵਿੱਚ ਹੁੰਦਾ ਸੀ। ਪਰ ਨਿੱਕੀ ਕਹਾਣੀ ਦੇ ਵਿੱਚ ਬਿਰਤਾਂਤਕਾਰ ਵਿਸ਼ੇਸ਼ ਓਹਲਾ ਸਿਰਜਦਾ ਹੈ। ਇਸ ਵਿੱਚ ਉਹ ਆਪਣਾ ਜਿਹੜੀ ਹੋਂਦ ਹੈ ਉਹਨੂੰ ਪਾਸੇ ਰੱਖ ਕੇ ਪਾਤਰਾਂ ਦੇ ਹੱਥ ਵਿੱਚ ਸਾਰੀ ਵਾਗਡੋਰ ਫੜਾਉਂਦਾ ਹੈ। ਸੋ ਕਹਾਣੀ ਜਿਹੜੀ ਹੈ ਆਪਣੇ ਵੇਰਵਿਆਂ ਦੇ ਵਿੱਚੋਂ ਜਿਹੜੀ ਹੈ ਸਾਹਮਣੇ ਆਉਂਦੀ ਹੈ। ਹਰ ਪਾਤਰ ਜਿਹੜਾ ਹੈ ਉਹ ਘਟਨਾਵੀ ਵੇਰਵਿਆਂ ਦੇ ਰਾਹੀਂ ਖੁੱਲਦਾ ਹੈ। ਬਿਰਤਾਂਤਕਾਰ ਆਪਣੇ ਮੂੰਹੋਂ ਇਹਦੇ ਵਿੱਚ ਕੁਝ ਵੀ ਨਹੀਂ ਬੋਲਦਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਨਿੱਕੀ ਕਹਾਣੀ ਵਿਧਾ ਦੇ ਪੱਖ ਤੋਂ ਜਿਹੜੀ ਹੈ ਉਹ ਸੰਜਮਤਾ ਦੇ ਨਾਲ ਤੁਰਦੀ ਹੋਈ ਅਗਾਂਹ ਬਹੁਤ ਸਾਰੇ ਜਿਹੜੀਆਂ ਹੋਰ ਵਿਧਾਵੀ ਜਿਹੜੀਆਂ ਜੁਗਤਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਦੀ ਹੈ। ਅਗਲੀ ਜਿਹੜੀ ਅਹਿਮ ਗੱਲ ਨਿੱਕੀ ਕਹਾਣੀ ਦੀ ਵਿਧਾ ਦੇ ਪੱਖ ਤੋਂ ਹੈ ਕਿ ਕੋਈ ਵੀ ਨਿੱਕੀ ਕਹਾਣੀ ਜਿਹੜੀ ਹੈ ਉਸ ਨੂੰ ਘਟਨਾ ਦੀ ਮੁਤਾਜੀ ਨਹੀਂ ਹੈ। ਭਾਵ ਕਿ ਇਸ ਵਿੱਚ ਕਿਸੇ ਵਿਸ਼ਾਲ ਕੈਨਵਸ ਵਾਲੀ ਘਟਨਾ ਦਾ ਜਿਹੜਾ ਹੋਣਾ ਜ਼ਰੂਰੀ ਨਹੀਂ ਹੈ, ਬਲਕਿ ਇਹ ਘਟਨਾ ਵਾਪਰਨ ਦੀ ਸੰਭਾਵਨਾ ਦੇ ਉੱਪਰ ਵੀ ਉਸਾਰੀ ਜਾ ਸਕਦੀ ਹੈ। ਜਿਵੇਂ ਕਿ ਪ੍ਰੇਮੀ ਦੇ ਨਿਆਣੇ ਦੀ ਜਿਹੜੀ ਉਦਾਹਰਣ ਹੈ ਉਹ ਲਈ ਜਾ ਸਕਦੀ ਹੈ। ਇਸ ਵਿੱਚ ਘਟਨਾ ਨਾ ਤੇ ਵਿਵਰਜਿਤ ਹੈ ਤੇ ਨਾ ਹੀ ਜ਼ਰੂਰੀ ਹੈ, ਬਲਕਿ ਇਹ ਕੇਵਲ ਸੰਭਾਵਨਾ ਦੇ ਉੱਪਰ ਹੀ ਉਸਾਰੀ ਜਿਹੜੀ ਜਾ ਸਕਦੀ ਹੈ। ਇਸ ਤਰ੍ਹਾਂ ਨਿੱਕੀ ਕਹਾਣੀ ਦੇ ਜੇਕਰ ਇਸ ਤਰ੍ਹਾਂ ਨਿੱਕੀ ਕਹਾਣੀ ਦੀ ਵਿਧਾ ਤੋਂ ਬਾਅਦ ਜੇਕਰ ਮੈਂ ਥੋੜ੍ਹਾ ਜਿਹਾ ਸੰਖੇਪ ਪੱਧਰ ਤੇ ਇਸ ਦੇ ਵਿਕਾਸ ਦੀ ਗੱਲ ਕਰਾਂ ਕਿ ਨਿੱਕੀ ਕਹਾਣੀ ਦੀ ਤੋਰ ਜਿਹੜੀ ਹੈ ਸਮੇਂ-ਦਰ ਸਮੇਂ ਕਿਹੋ ਜਿਹੀ ਰਹਿੰਦੀ ਹੈ, ਤਾਂ ਨਿੱਕੀ ਕਹਾਣੀ ਜਿਹੜਾ ਹੈ ਅੰਗਰੇਜ਼ ਹਕੂਮਤ ਦੇ ਯਤਨਾਂ ਦੇ ਵਿੱਚੋਂ ਜਾਂ ਕਹਿ ਲਓ ਕਿ ਉਹਨਾਂ ਨੂੰ ਜਵਾਬੀ ਜਿਹੜੀਆਂ ਰਚਨਾਵਾਂ ਲਿਖੀਆਂ ਗਈਆਂ ਉਹਨਾਂ ਦੇ ਜਿਹੜੇ ਕਦਮ ਸੀਗੇ ਉਹਨਾਂ ਨੂੰ ਜਵਾਬ ਦੇ ਤੌਰ ਤੇ ਜਿਹੜੀਆਂ ਰਚਨਾਵਾਂ ਲਿਖੀਆਂ ਗਈਆਂ ਸੀ ਉਸ ਵਿੱਚੋਂ ਪੈਦਾ ਹੁੰਦੀ ਹੈ। ਹੁਣ ਤੱਕ ਜਿਹੜੇ ਆਪਣੇ 4 ਪੜਾਅ ਜਿਹੜੇ ਸਰ ਕਰ ਚੁੱਕੀ ਹੈ। ਨਿੱਕੀ ਕਹਾਣੀ ਆਦਰਸ਼ਵਾਦ, ਸੁਧਾਰਵਾਦ ਤੋਂ
ਵਿੱਚੋਂ ਨਿਕਲਦੀ ਹੋਈ ਪ੍ਰਗਤੀਵਾਦ, ਉਸ ਤੋਂ ਬਾਅਦ ਯਥਾਰਥਵਾਦ ਤੇ ਹੁਣ ਜਿਹੜਾ ਉੱਤਰ ਯਥਾਰਥਵਾਦ ਦੇ ਵਿੱਚ ਜਿਹੜੀ ਹੈ ਦਾਖਲ ਹੋ ਚੁੱਕੀ ਹੈ। ਤੇ ਸਮੇਂ ਦੇ ਨਾਲ-ਨਾਲ ਜਿਉਂ-ਜਿਉਂ ਬਾਹਰੀ ਹਾਲਾਤ ਜਿਹੜੇ ਨੇ ਉਹ ਤਬਦੀਲ ਹੋ ਰਹੇ ਨੇ, ਤਿਉਂ-ਤਿਉਂ ਨਿੱਕੀ ਕਹਾਣੀ ਦਾ ਜਿਹੜਾ ਵਿਧਾਵੀ ਚੌਕਟਾ ਵੀ ਹੈ ਉਹ ਵੀ ਸਮੇਂ ਦਰ ਸਮੇਂ ਆਪਣੀ ਜਿਹੜੀ ਹੈ ਉਹ ਨਵੀਆਂ ਜਿਹੜੀਆਂ ਕਨਸੂਆਂ ਦੇ ਰਿਹਾ ਹੈ। ਤੇ ਨਿੱਕੀ ਕਹਾਣੀ ਦੇ ਵਿਕਾਸ ਨੂੰ ਜਾਂ ਸਿਖਰ ਨੂੰ ਜਾਂ ਮੌਜੂਦਾ ਸਮੇਂ ਦੀ ਕਹਾਣੀ ਨੂੰ ਦੇਖੀਏ ਤਾਂ ਇਸ ਵਿੱਚ ਜਿਹੜੀਆਂ ਜੁਗਤ ਦੀ ਪੱਧਰ ਤੇ ਜਾਂ ਥੀਮ ਦੀ ਪੱਧਰ ਤੇ ਜਿਹੜੀਆਂ ਨਵੀਆਂ ਤਬਦੀਲੀਆਂ ਜਿਹੜੀਆਂ ਉਹ ਸ਼ਾਮਿਲ ਹੋ ਚੁੱਕੀਆਂ ਨੇ। ਉਸ ਤੋਂ ਨਿੱਕੀ ਕਹਾਣੀ ਦੇ ਅਗਲੇਰੇ ਵਿਕਾਸ ਦਾ ਜਿਹੜਾ ਜਾਇਜ਼ਾ ਕਰਨਾ ਜਿਹੜਾ ਹੈ ਉਹ ਬਿਲਕੁਲ ਆਸਾਨ ਹੋ ਜਾਂਦਾ ਹੈ। ਸੋ ਅੰਤ ਵਿੱਚ ਮੈਂ ਆਪਣੀ ਗੱਲ ਨੂੰ ਇਹ ਕਹਿ ਕੇ ਅੰਜਾਮ ਦੇਵਾਂਗੀ ਕਿ ਨਿੱਕੀ ਕਹਾਣੀ ਜਿਹੜੀ ਹੈ ਸਧਾਰਨ ਮਨੁੱਖ ਦੀ ਸਧਾਰਨਤਾ ਦੇ ਨਾਲ ਜੁੜੀ ਹੋਈ ਆਦਰਸ਼ਵਾਦ, ਪ੍ਰਗਤੀਵਾਦ, ਯਥਾਰਥਵਾਦ ਤੇ ਉੱਤਰ ਯਥਾਰਥਵਾਦ ਦੇ ਰੂਪ ਵਿੱਚ ਅੱਗੇ ਵੱਧਦੀ ਹੋਈ ਅਖੀਰ ਆਪਣੀਆਂ ਜਿਹੜੀਆਂ ਸਿਖਰ ਦੀਆਂ ਸਰਦਲਾਂ ਦੇ ਜਿਹੜਾ ਵਾ ਬਿਲਕੁਲ ਨੇੜੇ ਖੜੀ ਹੈ, ਜੋ ਕਿ ਕਹਾਣੀ ਦੇ ਖੇਤਰ ਜਾਂ ਕਹਾਣੀ ਦੇ ਵਿਕਾਸ ਦੇ ਲਈ ਇੱਕ ਸ਼ੁਭ ਸੰਕੇਤ ਕਿਹਾ ਜਾ ਸਕਦਾ ਹੈ। ਧੰਨਵਾਦ।